ਮਸੀਹ ਯਿਸੂ ਦੇ ਜ਼ਿੰਦਾ ਜਲਾਲੀ ਬਾਬਰਕਤ ਨਾਮ 'ਚ ਤੁਹਾਨੂੰ ਸਾਰਿਆਂ ਨੂੰ ਸਲਾਮ। ਉਮੀਦ ਕਰਨੀ ਆ ਕਿ ਸਾਰੇ ਠੀਕ ਹੋਗੇ। ਮੈਂ ਤੁਹਾਡੀ ਹੋਸਟ ਆਨੀਆ ਬਸ਼ੀਰ ਇੱਕ ਦਫਾ ਫਿਰ ਤੋਂ ਜੀਸਸ ਚੇਂਜ ਮੀ ਪ੍ਰੋਗਰਾਮ 'ਚ ਤੁਹਾਨੂੰ ਖੁਸ਼ਾਮਦੀਦ ਕਹਿੰਦੀ ਆ। ਜੀਸਸ ਚੇਂਜ ਮੀ ਖੁਦਾਵੰਦ ਜ਼ਿੰਦਗੀਆਂ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਅਸੀਂ ਇਸ ਗੱਲ ਤੇ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨੇ ਆ। ਇਸੇ ਤਰ੍ਹਾਂ ਦੇ ਨਾਲ ਅੱਜ ਇੱਕ ਹੋਰ ਸਾਡੇ ਦਰਮਿਆਨ ਇੱਕ ਗਵਾਹੀ ਮੌਜੂਦ ਹੈ। ਆਓ ਅਸੀਂ ਉਹ ਗਵਾਹੀ ਨੂੰ ਸੁਣਨੇ ਆ ਤੇ ਉਹ ਗਵਾਹੀ ਦੇ ਨਾਲ ਬਰਕਤ ਪਾਣੇ ਜੀ। ਤੇ ਮੇਰੀ ਭੈਣ ਜੀ, ਕੀ ਨਾਮ ਹੈ ਤੁਹਾਡਾ? ਮਾਫੀਆ। ਕਿੱਥੋਂ ਆਏ ਜੇ ਤੁਸੀਂ? ਅਸੀਂ ਬੂਰੇਵਾਲਾ ਤੋਂ ਜੀ। ਤੇ ਭੈਣ ਜੀ ਦੱਸੋਗੇ ਤੁਸੀਂ ਕੀ ਗਵਾਹੀ ਹੈ ਤੁਹਾਡੀ? ਹਾਂਜੀ, ਮੇਰੇ ਬੇਟੇ ਦੀ ਗਵਾਹੀ ਹੈ ਜੀ। ਕੀ ਗਵਾਹੀ ਹੈ? ਮੇਰੇ ਬੇਟੇ ਦੇ ਨਾ ਪੇਟ 'ਚ ਦਰਦ ਤੇ ਸਿਰ 'ਚ ਦਰਦ ਹੁੰਦੀ ਸੀ ਤੇ ਤਕਰੀਬਨ ਅਸੀਂ ਬਹੁਤ ਸਾਰੇ ਡਾਕਟਰਾਂ ਕੋਲ ਲੈ ਕੇ ਗਏ ਆ। 3 ਮਹੀਨਿਆਂ ਤੋਂ ਸੀ। 3 ਮਹੀਨੇ ਤੋਂ ਤੁਹਾਡੇ ਬੇਟੇ ਦੇ ਪੇਟ 'ਚ ਤੇ ਸਿਰ 'ਚ ਦਰਦ ਸੀ। ਤੇ ਡਾਕਟਰਾਂ ਕੋਲ ਲੈ ਕੇ ਜਾ ਰਹੇ ਸਾਂ ਤੇ ਕੁਝ ਨਹੀਂ ਸੀ ਦੱਸਦੇ, ਦਵਾਈ ਦੇ ਦਿੰਦੇ ਸਨ। तो मैं ਇਹਨੂੰ ਸਵੇਰ ਸ਼ਾਮ ਦਿਨ ਰਾਤ ਦੇਣੀ ਸਾਂ, ਲੇਕਿਨ ਇਹ ਰੋਂਦਾ ਰਹਿੰਦਾ ਹੁੰਦਾ ਸੀ, ਮੰਮਾ ਮੈਨੂੰ ਸਿਰ 'ਚ ਦਰਦ ਹੈ, ਮੰਮਾ ਮੇਰੇ ਪੇਟ 'ਚ ਦਰਦ ਹੈ, ਮੰਮਾ ਮੇਰੇ ਸਿਰ 'ਚ ਦਰਦ ਹੈ। ਫਿਰ 3 ਮਹੀਨੇ ਤੋਂ ਉਹ ਦਰਦ ਖਤਮ ਨਹੀਂ ਸੀ ਹੋ ਰਹੀ, ਮਜ਼ੀਦ ਦਵਾਈਆਂ ਦੇ ਨਾਲ ਤੇ ਹੋਈ ਜਾ ਰਹੀ ਸੀ। ਹਾਂਜੀ। ਫਿਰ ਨਾ ਇੱਕ ਦਿਨ ਇੰਜੀ ਘਰ ਅਸੀਂ ਬੈਠੇ ਆ ਪਰੇਸ਼ਾਨ ਆ ਤੇ ਮੇਰੀ ਨਾ ਸਿਸਟਰ ਆਈ, ਕਹਿੰਦੀ ਮਾਫੀਆ ਇਹਨੂੰ ਨਾ ਆਪਾਂ ਕਿਸੇ ਨੂੰ ਚੈੱਕ ਕਰਾਉਂਦੇ ਆ। ਮਤਲਬ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਦਵਾਈਆਂ ਦਾ ਮਸਲਾ ਆਵੇ, ਕਿਉਂਕਿ ਤੁਸੀਂ ਇੰਨਾ ਇਹਦਾ ਇਲਾਜ ਕਰਾ ਰਹੇ ਤੇ ਇਹਨੂੰ ਆਰਾਮ ਨਹੀਂ ਆ ਰਿਹਾ। ਅੱਛਾ। ਮਹਿੰਗੇ ਤੋਂ ਮਹਿੰਗੇ ਟੈਸਟ ਵੀ ਅਸੀਂ ਕਰਵਾਏ ਨੇ, ਮਹਿੰਗੇ ਤੋਂ ਮਹਿੰਗੇ ਡਾਕਟਰਾਂ ਕੋਲ ਵੀ ਲੈ ਕੇ ਗਏ ਆ ਤੇ ਵੀ ਇਹਨੂੰ ਆਰਾਮ ਨਹੀਂ ਆ ਰਿਹਾ। ਮੈਨੂੰ ਤੇ ਨਾ ਇਹਨੂੰ ਕੋਈ ਹੋਰ ਹੀ ਮਸਲਾ ਲੱਗਦਾ। ਅੱਛਾ। ਫਿਰ ਤੁਸੀਂ ਉਹਨਾਂ ਦੇ ਕਹਿਣੇ ਤੇ ਕਿਤੇ ਲੈ ਕੇ ਗਏ? ਫਿਰ ਉਹਨਾਂ ਦੇ ਕਹਿਣੇ ਤੇ ਨਾ, ਉਹਨਾਂ ਦਾ ਨਾ ਕੋਈ ਰਿਸ਼ਤੇਦਾਰ ਹੀ ਸੀ ਤੇ ਅਸੀਂ ਉਹਨਾਂ ਦੇ ਕਹਿਣੇ ਤੇ ਨਾ ਉਹਨਾਂ ਕੋਲ ਲੈ ਗਏ। ਉਹ ਨਾ ਕੋਈ ਬਾਬਾ ਸੀ। ਅੱਛਾ ਅੱਛਾ। ਹਾਂਜੀ। ਫਿਰ ਅਸੀਂ ਜਦੋਂ ਲੈ ਕੇ ਗਏ, ਉਹਨਾਂ ਨੇ ਨਾ ਇਹਦੇ ਤੇ ਨਾ ਮਤਲਬ ਦਵਾ ਜੋ ਵੀ ਉਹ ਕਰਦੇ ਸਨ ਉਹਨਾਂ ਨੇ ਕੀਤਾ ਤੇ ਫਿਰ ਉਹਨਾਂ ਨੇ ਨਾ ਸਾਨੂੰ ਦੱਸਿਆ ਕਿ ਤੁਹਾਡੇ ਬੇਟੇ ਨੂੰ ਤੇ ਇਹ ਮਸਲਾ ਵੀ। ਅੱਛਾ। ਉਹਨਾਂ ਨੇ ਦਵਾ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਮਸਲਾ ਹੈ, ਰੂਹਾਨੀ ਮਸਲਾ ਹੈ ਤੁਹਾਡੇ ਬੇਟੇ ਨੂੰ। ਅੱਛਾ। ਤੇ ਫਿਰ ਉਹਨਾਂ ਨੇ ਨਾ ਕਾਫੀ ਦਿਨ ਨਾ ਇਹ ਜ਼ਿਆਦਾ ਤੰਗ ਕਰਨ ਲੱਗ ਪਿਆ। ਉਹਨਾਂ ਨੇ ਕਿਹਾ ਕਿ ਅਸੀਂ ਫੋਨ ਤੇ ਕਰਵਾਈ ਨਾ। ਫਿਰ ਉਹਨਾਂ ਨੇ ਕਿਹਾ ਤੁਸੀਂ ਇਹਨੂੰ ਨਾ ਮੇਰੇ ਕੋਲ ਲੈ ਕੇ ਆਓ। ਫਿਰ ਅਸੀਂ ਉਹਨਾਂ ਕੋਲ ਲੈ ਕੇ ਗਏ। ਉਹਨੇ ਸਾਨੂੰ ਤਕਰੀਬਨ ਅਸੀਂ ਉੱਥੇ 8 ਦਿਨ ਉਹਨਾਂ ਦੇ ਘਰ ਹੀ ਰਹੇ। ਅੱਛਾ। ਜਿਨ੍ਹਾਂ ਦੇ ਘਰ ਲੈ ਕੇ ਗਏ ਉਹਨਾਂ ਦੇ ਘਰ ਹੀ 8 ਦਿਨ ਤੋਂ ਤੁਸੀਂ ਰਹਿ ਰਹੇ ਸੋ? ਹਾਂਜੀ। ਫਿਰ ਅਸੀਂ ਉਹਨਾਂ ਦੇ ਘਰ ਹੀ 8 ਦਿਨ ਰਹੇ। ਉਹਨਾਂ ਨੇ ਜੋ ਵੀ ਉਹਨਾਂ ਨੇ ਕਰਨਾ ਸੀ ਨਾ ਉਹ ਆਪਣਾ ਕਰਦੇ ਰਹੇ। ਅੱਛਾ। ਵੇਨੇ ਹੁਣ ਅਸੀਂ ਕੋਲ ਬੈ ਕੇ, ਲੇਕਿਨ ਇਹਨੂੰ ਆਰਾਮ ਨਹੀਂ ਸੀ ਆਂਦਾ। ਫਿਰ ਥੋੜਾ ਬਹੁਤਾ ਬਿਹਤਰ ਹੋ ਗਿਆ। ਉਹਨੇ ਕਿਹਾ ਕਿ ਇਹ ਨਾ ਠੀਕ ਹੋਗਾ, ਤੁਸੀਂ ਇਹਨੂੰ ਹੁਣ ਆਪਣੇ ਘਰ ਲੈ ਆਇਓ। ਥੋੜਾ ਬਹੁਤ ਮਤਲਬ ਕਿ ਕਿੰਨਾ ਕੁ ਠੀਕ ਹੋਇਆ? ਤਕਰੀਬਨ ਜੋ ਕਰਦਾ ਸੀ ਨਾ ਉਹਦੇ ਤੋਂ ਥੋੜਾ ਬਿਹਤਰ ਸੀ। ਅੱਛਾ। ਉਹਨੇ ਕਿਹਾ ਕਿ ਬਾਕੀ ਜੋ ਵੀ ਹੈ ਨਾ ਹੁਣ ਇਹਨੂੰ ਮੈਂ ਫੋਨ ਤੇ ਕਰਦਾ ਕਰਾਂਗਾ। ਫਿਰ ਅਸੀਂ ਘਰ ਲੈ ਆਏ। ਘਰ ਜਦੋਂ ਲੈ ਕੇ ਆਏ ਤੇ ਘਰ ਤੇ ਬਹੁਤ ਜ਼ਿਆਦਾ ਕਰਦਾ ਸੀ, ਤਬੀਅਤ ਖਰਾਬ ਹੋਣਾ ਸ਼ੁਰੂ ਹੋ ਗਈ, ਤਬੀਅਤ ਜ਼ਿਆਦਾ ਖਰਾਬ ਸ਼ੁਰੂ ਹੋ ਗਈ। ਫਿਰ ਨਾ ਅਸੀਂ ਸ਼ਬਾਜ਼ ਕਹਿਣ ਲੱਗੇ ਮੇਰੇ ਮੀਆਂ ਕਿ ਅਸੀਂ ਹੁਣ ਬਸ ਇਹਦੇ ਕੋ ਨਹੀਂ ਜਾਣਾ। ਅੱਛਾ। ਹਾਂ। ਥੱਕ ਗਏ ਤੁਸੀਂ? ਥੱਕ ਗਏ। ਦੁਆ ਕਰਵਾ। ਫਿਰ ਅਸੀਂ ਐਨਜੀ ਕਿਸੇ ਨੇ ਦੱਸਿਆ ਕਿ ਫਲਾਣੇ ਮਤਲਬ ਜਾਓ ਭਾਈ ਸਾਹਿਬ ਕੋ ਜਾਓ। ਅਸੀਂ ਉੱਥੇ ਵੀ ਗਏ। ਉੱਥੇ ਵੀ ਤਕਰੀਬਨ ਅਸੀਂ ਕਾਫੀ ਅਰਸਾ ਜਾਂਦੇ ਰਹੇ, ਨਹੀਂ ਆਰਾਮ ਆਇਆ। ਕਾਫੀ ਅਰਸਾ? ਕਿੰਨਾ ਕੁ ਅਰਸਾ ਜਾਂਦੇ ਰਹੇ? ਤਕਰੀਬਨ 1 ਮਹੀਨਾ ਲਾ ਲਓ। ਅੱਛਾ। ਤੇ ਉਤੋਂ ਫਿਰ ਬਾਅਦ ਨਹੀਂ ਆਰਾਮ ਮੈਨੂੰ ਆਇਆ। ਫਿਰ ਜ਼ਿਆਦੀਆਂ ਚੀਜ਼ਾਂ ਇਹਦੇ ਤੇ ਜ਼ਾਹਿਰ ਹੋ ਗਈਆਂ। ਅੱਛਾ। ਜਿਹੜੀਆਂ ਚੀਜ਼ਾਂ ਰੂਹਾਨੀ ਮਸਲਾ ਜ਼ਿਆਦਾ ਜ਼ਾਹਿਰ ਹੋਣਾ ਸ਼ੁਰੂ ਹੋ ਗਿਆ। ਫਿਰ ਮੈਨੂੰ ਵੀ ਮਾਰਦਾ ਕੁੱਟਦਾ, ਸਾਰੇ ਭੈਣ ਭਰਾਵਾਂ ਨੂੰ, ਸਭ ਨੂੰ। ਮਤਲਬ ਮੈਨੂੰ ਸਮਝ ਹੀ ਨਹੀਂ ਸੀ ਰਹਿੰਦੀ। ਚਿੜਚਿੜਾਪਨ? ਹਾਂਜੀ, ਚਿੜਚਿੜਾਪਨ। ਸਾਡੇ ਘਰ ਇੱਕ ਲੰਬਾਰੀ ਸੀ, ਉਹਦੇ ਉੱਤੇ ਚੜ ਜਾਂਦਾ ਸੀ, ਛਾਲ ਮਾਰ ਕੇ ਉਹਦੇ ਉੱਤੇ ਨੇ ਚੜ ਜਾਣਾ। ਮੈਂ ਤਰਲਿਆਂ ਮਿੰਤਾਂ ਨਾਲ ਇਹਨੂੰ ਥੱਲੇ ਲਾਣਾ, ਛੱਤ ਤੇ ਨੇ ਚੜ ਜਾਣਾ। ਅਲਮਾਰੀ ਦੇ ਉੱਤੇ ਚੜ ਜਾਂਦਾ ਸੀ ਜਿਹੜੀ ਤੁਹਾਡੇ ਘਰ 'ਚ ਅਲਮਾਰੀ ਸੀ? ਹਾਂਜੀ। ਫਿਰ ਉੱਥੋਂ ਅਸੀਂ ਮਸਾਂ ਲਾਣਾ। ਇਹਨੇ ਬਹੁਤ ਸਾਨੂੰ ਨਾ 2 ਮਹੀਨੇ ਨੇ ਸਾਨੂੰ ਬਹੁਤ ਫਿਰ ਤੰਗ ਕੀਤਾ। ਫਿਰ ਇੱਕ ਐਨਜੀ ਮੇਰੀ ਨਾ ਦੋਸਤ ਸੀ, ਮਤਲਬ ਜਿੱਥੇ ਅਸੀਂ ਰਹਿ ਰਹੇ ਨਾ ਉੱਥੇ, ਉਹਨੇ ਕਿਹਾ ਕਿ ਮੈਂ ਮਤਲਬ ਮੁਸਲਮਾਨ ਸਨ। ਉਹਨੇ ਕਿਹਾ ਕਿ ਤੂੰ ਨਾ ਆਪਣਾ ਬੱਚਾ ਨਾ, ਸਾਡਾ ਬੱਚਾ ਵੀ ਇੰਜ ਕਰਦਾ ਸੀ ਤੇਰੇ ਤਰ੍ਹਾਂ ਹੀ, ਤੇ ਤੁਸੀਂ ਉੱਥੇ ਲੈ ਕੇ ਚੱਲ, ਤੂੰ ਮੇਰੇ ਨਾਲ ਨਾ ਆਪਣਾ ਬੱਚਾ ਉੱਥੇ ਲੈ ਕੇ ਚੱਲ। ਮੈਂ ਨਾ ਆਪਣੀ ਨਾ ਸਿਸਟਰ ਨਾਲ ਗੱਲ ਕੀਤੀ तो उन्होंने कहा कि चलो ठीक है, अगर वो शायद तेरा बच्चा उत्थों ही ठीक हो जाए, भी तू इन्ना रोनी है ਤੇ ਆਪਾਂ ਉੱਥੇ ਹੀ ਲਾਈ। ਇਹ ਸਾਰਾ ਕੁਝ 3 ਮਹੀਨੇ ਦੇ ਅੰਦਰ ਅੰਦਰ ਹੋ ਰਿਹਾ ਸੀ? ਨਹੀਂ, ਇਹ ਤਕਰੀਬਨ 5ਵਾਂ ਮਹੀਨਾ ਲੱਗ ਗਿਆ ਸੀ। ਅੱਛਾ। 5ਵੇਂ ਮਹੀਨੇ 'ਚ ਤੁਸੀਂ ਕਿਤੇ ਹੋਰ ਫਿਰ ਲੈ ਕੇ ਗਏ? ਫਿਰ ਉਹਨੇ ਜਦੋਂ ਮੇਰੀ ਦੋਸਤ ਨੇ ਕਿਹਾ ਨਾ, ਫਿਰ ਅਸੀਂ ਸ਼ਾਮ ਟਾਈਮ ਨਾ ਉਹਦੇ ਕੋਲ ਲੈ ਕੇ ਗਏ। ਅੱਛਾ। ਜਦੋਂ ਉਹਦੇ ਕੋਲ ਲੈ ਕੇ ਗਏ ਤੇ ਉਹ ਵੀ ਅੱਗੋਂ ਬਾਬਾ ਹੀ ਸੀ। ਅੱਛਾ। ਹਾਂਜੀ। ਫਿਰ ਉਹਨੇ ਕਿਹਾ ਕਿ ਉਹਨੇ ਨਾ ਬਹੁਤ ਸਾਰੀਆਂ ਗੱਲਾਂ ਮੈਨੂੰ ਦੱਸੀਆਂ। ਮੈਨੂੰ ਕਹਿੰਦਾ ਕਿ ਇਹ ਚੀਜ਼ਾਂ ਸੇ ਤੇਰੀਆਂ ਸੀ ਤੇ ਤੇਰੇ ਬੱਚੇ ਨੂੰ ਹੋ ਗਈਆਂ। ਅੱਛਾ। ਉਹ ਬਾਬੇ ਨੇ ਤੁਹਾਨੂੰ ਦੱਸਿਆ ਕਿ ਇਹ ਚੀਜ਼ਾਂ ਪਹਿਲੇ ਤੁਹਾਡੇ ਤੇ ਸੀ ਤੇ ਫਿਰ ਤੁਹਾਡੇ ਤੋਂ ਤੁਹਾਡੇ ਬੱਚੇ 'ਚ ਆ ਗਈਆਂ ਨੇ। ਮੈਂ ਨਾ ਪਰੇਸ਼ਾਨ ਹੋ ਗਈ ਤੇ ਮੈਂ ਉਹਦੀਆਂ ਨੇ ਕਾਫੀ ਮੈਨੂੰ ਗੱਲਾਂ ਦੱਸੀਆਂ ਜਿਹੜੀਆਂ ਮੈਂ ਅੱਜ ਤੱਕ ਕਦੀ ਆਪਣੀ ਜ਼ਿੰਦਗੀ 'ਚ ਸੋਚੀਆਂ ਨਹੀਂ ਸੀ। ਅੱਛਾ। ਹਾਂਜੀ। ਫਿਰ
ਉਸ ਤੋਂ ਇਲਾਵਾ ਉਹਨੇ ਕਿਹਾ ਕਿ ਬਾਜੀ ਤੂੰ ਮੈਨੂੰ ਦੱਸਿਆ ਕਿ ਮੈਂ ਕਿਹਾ ਅਸੀਂ ਬਹੁਤ ਸਾਰੇ ਪੈਸੇ ਲਾ ਚੁੱਕੇ ਹਾਂ, ਇਸ ਟਾਈਮ ਅਸੀਂ ਆਪਣੇ ਬੱਚੇ ਤੇ 1.5-2 ਲੱਖ ਰੁਪਇਆ ਲਾ ਚੁੱਕੇ ਹਾਂ। ਅੱਛਾ, ਫਿਰ ਉਹਨੇ ਕੀ ਕਿਹਾ? ਫਿਰ ਉਹਨੇ ਕਿਹਾ ਕਿ ਬਾਜੀ ਤੂੰ ਪੈਸੇ ਨਾ ਲਾ, ਤੇਰਾ ਬੱਚਾ ਕਦੀ ਜ਼ਿੰਦਗੀ 'ਚ ਵੀ ਠੀਕ ਨਹੀਂ ਹੋ ਸਕਦਾ। ਅੱਛਾ, ਤੇ ਬਾਜੀ ਉਹ ਬਾਬੇ ਨੇ ਤੁਹਾਨੂੰ ਇਹ ਕਿਹਾ ਕਿ ਤੁਹਾਡਾ ਬੱਚਾ ਜ਼ਿੰਦਗੀ 'ਚ ਨਹੀਂ ਠੀਕ ਹੋ ਸਕਦਾ? ਹਾਂਜੀ ਬਾਜੀ, ਉਹ ਬਾਬੇ ਨੇ ਨਾ ਇੰਜ ਕਿਹਾ। ਫਿਰ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਨਾ ਝੂਠ ਬੋਲਣਾ ਹੈ, ਖੁਦਾ ਤੋਂ ਵੱਡੀ ਤੇ ਕੋਈ ਸ਼ੈ ਹੈ ਹੀ ਨਹੀਂ। ਬਿਲਕੁਲ, ਖੁਦਾ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਹੈ। ਮੈਂ ਕਿਹਾ ਠੀਕ ਹੈ ਚਲੋ। ਅਸੀਂ ਨਾ ਖੈਰ ਉਹਨੇ ਨਾ ਇੱਕ ਇਹਨੂੰ ਤਵੀਜ਼ ਜਿਹਾ ਦਿੱਤਾ ਤੇ ਕੁਝ ਥੋੜਾ ਜਿਹਾ ਪਾਣੀ 'ਚ ਮਿਲਾ ਕੇ ਇਹਨੂੰ ਦੋ ਤੇ ਇਹਦੇ ਗਲੇ 'ਚ ਪਾ ਦੋ। ਮੈਂ ਉੱਥੋਂ ਤੇ ਲੈ ਆਈ। ਤੁਸੀਂ ਉਹ ਤਵੀਜ਼ ਵਗੈਰਾ ਦਾ ਇਸਤੇਮਾਲ ਲੈ ਕੀਤਾ? ਆਈ। ਅੱਛਾ, ਜਦੋਂ ਲੈ ਆਏ ਘਰ ਤੇ ਸ਼ਬਾਜ਼ ਨੂੰ ਮੈਂ ਆਪਣੇ ਮੀਆਂ ਨੂੰ ਦੱਸਿਆ, ਮੈਂ ਕਿਹਾ ਵੀ ਉਹਨੇ ਨਾ ਇੰਜ ਦੱਸਿਆ ਏ। ਇਹਨੇ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ, ਸ਼ਾਇਦ ਕਿ ਠੀਕ ਹੋ ਹੀ ਜਾਵੇ। ਅਸੀਂ ਨਾ ਖੈਰ ਉਹ ਇਹਨੂੰ ਪਿਲਾਣਾ ਸ਼ੁਰੂ ਕੀਤਾ, ਉਹਦੇ ਨਾਲ ਇਹ ਹੋਰ ਜ਼ਿਆਦਾ ਹੋ ਗਿਆ, ਔਰ ਜ਼ਿਆਦਾ ਤਬੀਅਤ ਖਰਾਬ ਹੋਣਾ ਸ਼ੁਰੂ ਹੋ ਗਿਆ। ਫਿਰ ਇਸ ਤਰ੍ਹਾਂ ਹੀ ਨਾ ਅਸੀਂ ਇਹਨੇ ਨਾ ਸ਼ਬਾਜ਼ ਨੇ ਕਿਹਾ ਵੀ ਹੁਣ ਤਕਰੀਬਨ 3 ਕੁ ਦਿਨ ਅਸੀਂ ਉਹ ਇਸਤੇਮਾਲ ਕੀਤਾ, ਪਾਣੀ ਉਹਦਾ ਤੇ ਉਹ ਜੋ ਵੀ ਇਹਨੇ ਦਿੱਤਾ। ਉਹ ਪਾਣੀ ਤੇ ਤਵੀਜ਼ ਦੀ ਵਜ੍ਹਾ ਤੋਂ ਇਹਦੀ ਤਬੀਅਤ ਜ਼ਿਆਦਾ ਹੋਰ ਖਰਾਬ ਹੋਣਾ ਸ਼ੁਰੂ ਹੋ ਗਈ। ਫਿਰ ਨਾ ਹਾਂਜੀ, ਫਿਰ ਅਸੀਂ ਕਿਹਾ ਕਿ ਇਹ ਅਸੀਂ ਹੁਣ ਇਸਤੇਮਾਲ ਨਹੀਂ ਕਰਨਾ। ਸ਼ਬਾਜ਼ ਨੂੰ ਦਿੱਤੀਆਂ ਉਹ ਚੀਜ਼ਾਂ ਜੋ ਵੀ ਇਹਨੇ ਦਿੱਤਾ ਸੀ, ਅਸੀਂ ਨਾ ਇਹ ਪਾਣੀ 'ਚ ਨਾ ਰੋੜ ਆਏ। ਠੀਕ। ਫਿਰ ਇਹ ਮੈਂ ਕਿਹਾ ਮੇਰਾ ਖੁਦਾ ਹੀ ਹੁਣ ਠੀਕ ਕਰੇਗਾ ਮੇਰੇ ਬੇਟੇ ਨੂੰ। ਫਿਰ ਥੋੜੇ ਦਿਨਾਂ ਤੋਂ ਬਾਅਦ ਨਾ ਮੇਰੇ ਸੁਸਰ ਜੀ ਨੇ ਨਾ ਭਾਈ ਸਾਹਿਬ ਦਾ ਚੈਨਲ ਵੇਖਿਆ ਸੀ, ਤੁਹਾਡਾ ਚੈਨਲ ਵੇਖਿਆ ਸੀ ਉੱਥੋਂ ਬੂਰੇ ਵਾਲਾ ਤੋਂ। ਅੱਛਾ, ਸਾਡੇ ਘਰ ਡਿਸ਼ ਲੱਗੀ ਸੀ ਨਾ। ਹਾਂਜੀ। ਤੋਂ ਉਹਦੇ ਤੇ ਵੇਖਿਆ ਤੇ ਫਿਰ ਉਹ ਇੱਥੇ ਆਏ। ਉਹਨਾਂ ਨੇ ਕਿਹਾ ਕਿ ਆਪਾਂ ਭਾਈ ਸਾਹਿਬ ਦੇ ਕੋਲ ਉੱਥੇ ਜਾਵਾਂਗੇ ਤੇ ਵੇਖਿਓ ਸ਼ਾਲਿਮ ਠੀਕ ਹੁੰਦਾ ਹੈ ਕਿ ਨਹੀਂ ਹੁੰਦਾ। ਮੈਂ ਕਿਹਾ ਠੀਕ ਹੈ ਫੁੱਫੜ ਜੀ, ਜਿੱਥੇ ਤੁਸੀਂ ਕਹੋਗੇ ਨਾ ਮਤਲਬ ਆਪਾਂ ਚਲੇ ਜਾਵਾਂਗੇ। ਅੱਛਾ, ਤੁਸੀਂ ਉਹਨਾਂ ਦੇ ਈਮਾਨ ਤੇ ਤੁਸੀਂ ਇੱਥੇ ਆਏ? ਫਿਰ ਉਹ ਹਾਂਜੀ ਉਹਨਾਂ ਨੇ ਕਿਹਾ ਤੇ ਫਿਰ ਅਸੀਂ ਇੱਥੇ ਆ ਗਏ। ਫਿਰ ਭਾਈ ਸਾਹਿਬ ਕੋ ਬਾਜੀ ਕੋ ਦੁਆ ਕਰਾਉਂਦੇ ਰਹੇ। ਹੁਣ ਮੇਰਾ ਬੇਟਾ ਮੁਕੰਮਲ ਤੌਰ ਤੇ ਠੀਕ ਹੈ। ਬਾਜੀ, ਜਦੋਂ ਤੁਸੀਂ ਗਲੋਰੀਅਸ ਟੈਲੀਵਿਜ਼ਨ 'ਚ ਆਏ ਤੇ ਤੁਸੀਂ ਸੀਨੀਅਰ ਪਾਸਟਰ ਸਾਹਿਲ ਯੂਸਫ ਨੂੰ ਮਿਲੇ ਤੇ ਉਹਨਾਂ ਨੇ ਕੀ ਗੱਲਬਾਤ ਤੁਹਾਡੇ ਨਾਲ ਕੀਤੀ? ਹਾਂਜੀ, ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਈਮਾਨ ਹੈ? ਕਿਹਾ ਸੀ ਹਾਂਜੀ ਸਾਡਾ ਈਮਾਨ ਹੈ ਪੂਰਾ। ਅੱਛਾ। ਤੇ ਫਿਰ ਉਹਨਾਂ ਨੇ ਕਿਹਾ ਕਿ ਅਗਰ ਤੁਹਾਡਾ ਬੱਚਾ ਠੀਕ ਹੋ ਜਾਏ ਤਾਂ ਤੁਸੀਂ ਕੀ ਕਰੋਗੇ? ਅਸੀਂ ਕਿਹਾ ਕਿ ਅਸੀਂ ਯਿਸੂ ਤੇ ਈਮਾਨ ਲਿਆਵਾਂਗੇ ਜ਼ਰੂਰ। ਤੁਹਾਡੇ ਮਤਲਬ ਜਿਸ ਤਰ੍ਹਾਂ ਤੁਸੀਂ ਖਿਦਮਤ ਕਰ ਰਹੇ ਅਸੀਂ ਵੀ ਤੁਹਾਡੇ ਨਾਲ ਮਤਲਬ। ਕੀ ਮਤਲਬ ਉਹਨਾਂ ਨੇ ਕਿਹਾ ਕਿ ਤੁਹਾਡਾ ਬੱਚਾ ਠੀਕ ਹੋ ਜਾਏਗਾ ਤੇ ਤੁਸੀਂ ਕੀ ਕਰੋਗੇ? ਕੀ ਕਰੋਗੇ ਤੁਸੀਂ? ਉਹਨਾਂ ਨੇ ਕਿਹਾ ਸੀ ਕਿ ਤੁਸੀਂ ਯਿਸੂ ਦੇ ਨਾਲ ਚੱਲੋਗੇ। ਅੱਛਾ, ਮਤਲਬ ਯਿਸੂ ਦੇ ਨਾਮ ਨੂੰ ਜਲਾਲ ਦੋਗੇ। ਹਾਂਜੀ। ਅੱਛਾ, ਉਹਨਾਂ ਨੇ ਤੁਹਾਨੂੰ ਕਿਹਾ ਯਿਸੂ ਦੇ ਨਾਮ ਨੂੰ ਜਲਾਲ ਦਵੋਗੇ ਤੇ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਉਹਨਾਂ ਨੇ ਬੱਚੇ ਨੂੰ ਬੁਲਾਇਆ। ਅੱਛਾ। ਦੁਆ ਕੀਤੀ। ਉਸ ਤੋਂ ਬਾਅਦ ਮੇਰਾ ਬੱਚਾ ਬਿਲਕੁਲ ਠੀਕ ਹੋ ਗਿਆ। ਹਾਂਜੀ। ਤੇ ਕਿੰਨੇ ਦਿਨ ਤੁਸੀਂ ਦੁਆ ਕਰਵਾਈ? ਤਕਰੀਬਨ ਅਸੀਂ 3 ਦਿਨ। 3 ਦਿਨ ਦੁਆ ਕਰਵਾਈ? 3 ਦਿਨ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲੈ ਕੇ ਆਓ ਤੇ ਤੁਹਾਡਾ ਬੱਚਾ ਠੀਕ ਹੋ ਜਾਏਗਾ। ਬਾਅਦ ਚ ਅਸੀਂ 3 ਦਿਨ ਲੈ ਕੇ ਆਂਦੇ ਰਹੇ। ਭਾਈ ਸਾਹਿਬ ਦੁਆ ਕਰਦੇ ਰਹੇ ਨੇ। ਮੇਰਾ ਬੱਚਾ ਹੁਣ ਬਿਲਕੁਲ ਮੁਕੰਮਲ ਤੌਰ ਤੇ ਠੀਕ ਹੈ। ਹਾਲੇਲੂਇਆ, ਹਾਲੇਲੂਇਆ। ਬੇਸ਼ੱਕ ਸਾਡਾ ਖੁਦਾਵੰਦ ਜ਼ਿੰਦਗੀਆਂ ਦੇ ਅੰਦਰ ਵੱਡੇ ਵੱਡੇ ਕੰਮ ਕਰਦਾ ਹੈ, ਜਲਾਲੀ ਕੰਮ ਕਰਦਾ, ਉਹਦੇ ਨਾਮ ਨੂੰ ਸਾਰਾ ਇੱਜ਼ਤ ਤੇ ਜਲਾਲ, ਉਹ ਜੋ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਸੀ, ਉਹਦੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਣਾ। ਜਿਸ ਤਰ੍ਹਾਂ ਕਿ ਬਾਜੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ 8 ਮਹੀਨਿਆਂ ਤੋਂ ਬਿਮਾਰ ਸੀ, ਕਦੀ ਸਿਰ 'ਚ ਦਰਦ ਤੇ ਕਦੀ ਉਹਨਾਂ ਦੇ ਪੇਟ 'ਚ ਦਰਦ ਹੁੰਦੀ ਸੀ। ਬਾਬਿਆਂ ਕੋਲ ਗਏ, ਪੀਰਾਂ ਫਕੀਰਾਂ ਕੋਲ ਗਏ, ਪਾਸਟਰਸ ਕੋ ਗਏ, ਲੇਕਿਨ ਉਹਨਾਂ ਨੂੰ ਕਿਤੋਂ ਸ਼ਿਫਾ ਨਹੀਂ ਮਿਲੀ। ਅਸੀਂ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰਨੀ ਕਿ ਖੁਦਾਵੰਦ ਨੇ ਗਲੋਮ ਚਰਚ ਨੂੰ ਆਪਣੇ ਜਲਾਲ ਵਾਸਤੇ ਇਸਤੇਮਾਲ ਕੀਤਾ। ਔਰ ਜੋ ਹੀ ਗਲੋਮ ਚਰਚ 'ਚ ਆਏ ਉਹਨਾਂ ਨੇ ਸੀਨੀਅਰ ਪਾਸਟਰ ਸਾਹਿਲ ਯੂਨਸ ਕੋ ਦੁਆ ਕਰਵਾਈ। ਅਸੀਂ ਸ਼ੁਕਰਗੁਜ਼ਾਰੀ ਕਰਨੇ ਹਾਂ ਕਿ ਅੱਜ ਉਹਨਾਂ ਦਾ ਬੇਟਾ ਬਿਲਕੁਲ ਠੀਕ ਹੈ। ਜੀ ਮੇਰੇ ਭੈਣੋ ਤੇ ਭਰਾਵੋ, ਅੱਜ ਦੀ ਗਵਾਹੀ ਦੇ ਨਾਲ ਯਕੀਨਨ ਤੁਸੀਂ ਬੜੀ ਬਰਕਤ ਪਾਈ ਹੋਏਗੀ। ਤਰ੍ਹਾਂ ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਕੱਲ ਮਿਲਨੇ ਆ ਇੱਕ ਹੋਰ ਗਵਾਹੀ ਦੇ ਨਾਲ। ਉਨੀ ਦੇਰ ਤੱਕ ਆਪਣਾ ਖਿਆਲ ਰੱਖੋ ਤੇ ਵੇਖਦੇ ਰਹੋ ਜੀਸਸ ਚੇਂਜ ਮੀ। ਖੁਦਾਵੰਦ ਤੁਹਾਡੇ ਨਾਲ ਹੋਏ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। ਆਮੀਨ।